ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਟਰੂਡੋ ਨੇ ਕਿਹਾ ਅਸੀਂ ਸਿਰਫ ਤੱਥਾਂ ਨੂੰ ਉਵੇਂ ਪੇਸ਼ ਕਰ ਰਹੇ ਹਾਂ ਜਿਵੇਂ ਕਿ ਅਸੀਂ ਉਹਨਾਂ ਨੂੰ ਸਮਝਦੇ ਹਾਂ। ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ। ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਕੀਤਾ ਖੁਲਾਸਾ। ਸੱਜਣ ਨੇ ਦੱਸਿਆ ਕਿ ਟਰੂਡੋ ਨੇ ਕੈਨੇਡਾ ਦੇ ਨਾਗਰਿਕ ਦੇ ਕਤਲ 'ਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋਣ ਬਾਰੇ ਇਲਜ਼ਾਮ ਜਨਤਕ ਇਸ ਲਈ ਕੀਤੇ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗਾ ਸੀ ਕਿ ਇਸ ਬਾਰੇ ਜਾਣਕਾਰੀ ਮੀਡੀਆ 'ਚ ਆਉਣ ਵਾਲੀ ਸੀ। ਕੈਨੇਡਾ ਦੀ ਮਹਿੰਗਾਈ ਦਰ 'ਚ 4% ਦੀ ਵਾਧਾ। ਹਾਊਸ ਆਫ ਕਾਮਨਸ 'ਚ ਇਸ ਮੁੱਦੇ ਤੇ ਹੋਈ ਬਹਿਸ। ਜਗਮੀਤ ਸਿੰਘ ਨੇ ਗਰੋਸਰੀ ਦੀਆਂ ਦਰਾਂ 'ਚ ਵਾਧੇ ਨੂੰ ਰੋਕਣ ਲਈ ਲਿਬਰਲਾਂ ਦੀ ਯੋਜਨਾ ਨੂੰ ਦੱਸਿਆ ਠੁੱਸ ਤੇ ਬੇਕਾਰ। ਲਗਭਗ 5600 ਕੈਨੇਡੀਅਨ ਕਾਮਿਆਂ ਦੀ ਹੜਤਾਲ ਟਲੀ। ਜਨਰਲ ਮੋਟਰਸ ਤੇ ਸਟੈਲੈਂਟਿਸ ਦੁਆਰਾ ਨਿਯੁਕਤ ਹਜ਼ਾਰਾਂ ਹੋਰ ਆਟੋ ਵਰਕਰਾਂ ਲਈ ਇੱਕ ਸਮਝੌਤੇ ਲਈ ਰੋਡ ਮੈਪ ਪ੍ਰਦਾਨ ਕੀਤਾ ਗਿਆ। ਯੂਨੀਫੋਰ ਦੇ ਕੌਮੀ ਪ੍ਰਧਾਨ ਲਾਨਾ ਪੇਨੇ ਨੇ ਕਿਹਾ ਕਿ ਇਹ ਸੌਦਾ ਮੈਂਬਰਸ਼ਿਪ ਦੀਆਂ ਚਿੰਤਾਵਾਂ ਨੂੰ ਦੂਰ ਕਰਦਾ ਹੈ। ਇੱਕ ਕੈਨੇਡੀਅਨ ਸਿੱਖ ਆਗੂ ਦੇ ਕਤਲ 'ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਵਿਸਫੋਟਕ ਇਲਜ਼ਾਮ ਲਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੂਡੋ ਨੇ ਕਿਹਾ ਅਸੀਂ ਭੜਕਾਉਣ ਜਾਂ ਤਣਾਅ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਅਸੀਂ ਸਿਰਫ ਤੱਥਾਂ ਨੂੰ ਉਵੇਂ ਪੇਸ਼ ਕਰ ਰਹੇ ਹਾਂ ਜਿਵੇਂ ਕਿ ਅਸੀਂ ਉਹਨਾਂ ਨੂੰ ਸਮਝਦੇ ਹਾਂ। ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਅਸੀਂ ਅਜਿਹਾ ਕਰ ਰਹੇ ਹਾਂ। ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਟਰੂਡੋ ਨੇ ਹਾਊਸ ਆਫ ਕਾਮਨਸ 'ਚ ਦੱਸਿਆ ਸੀ ਕਿ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਤੰਤਰ ਕੋਲ ਇਹ ਮੰਨਣ ਦੇ ਭਰੋਸੇਯੋਗ ਕਾਰਨ ਮੌਜੂਦ ਹਨ ਕਿ ਨਿੱਜਰ ਦੀ ਹੱਤਿਆ ਭਾਰਤ ਸਰਕਾਰ ਦੇ ਏਜੰਟਾਂ ਨੇ ਕੀਤੀ ਹੈ। ਟਰੂਡੋ ਦੇ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ 'ਚ ਚੱਲ ਰਹੀ ਖਟਾਸ ਕੁੜੱਤਣ 'ਚ ਤਬਦੀਲ ਹੋ ਗਈ। ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਸ਼ਾਂਤ ਰਹੇਗਾ। ਟਰੂਡੋ ਨੇ ਕਿਹਾ ਅਸੀਂ ਆਪਣੇ ਲੋਕਤੰਤਰੀ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਾਂਗੇ। ਅਸੀਂ ਸਬੂਤਾਂ ਦੇ ਆਧਾਰ ਤੇ ਚੱਲਾਂਗੇ। ਪਰ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਹੋਣ ਤਾਂ ਕੈਨੇਡੀਅਨਸ ਨੂੰ ਇਸ ਨੂੰ ਜਾਣਨ ਦਾ ਅਧਿਕਾਰ ਹੈ ਅਤੇ ਇਸ ਨੂੰ ਜਾਣਨ ਦੀ ਜ਼ਰੂਰਤ ਵੀ ਹੈ। ਇਸ ਲਈ ਅਸੀਂ ਇਸ ਦਾ ਖੁਲਾਸਾ ਕਰਨ ਦਾ ਫੈਸਲਾ ਕੀਤਾ। Things that is so important today is that India and the government of India takes seriously this matter. It is extremely serious and it has far-reaching consequences in international law and otherwise. For Canada, as I said yesterday, we're going to remain calm. We're going to remain grounded in our democratic principles and values. We're going to follow the evidence and make sure that the work is done to hold people. Why did you go public with this now? Over the course of the summer, we have been working closely with our intelligence agencies who are moving forward in their analysis. We wanted to make sure that we had solid grounding in understanding what was going on in analysis and indeed in facts. We wanted to make sure we were taking the time to talk with our allies, to share what we knew. We wanted to make sure that we fully shared with the government of India the seriousness and the depths of our preoccupations and indeed conclusions. But Canadians have a right to know and need to know when things are going on like this, and that's why we made the decision to do that. ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤੀ ਏਜੰਸੀਆਂ ਦੀ ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਸ਼ਮੂਲੀਅਤ ਬਾਰੇ ਇਲਜ਼ਾਮ ਲਗਾਉਣ ਤੋਂ ਬਾਅਦ ਭਾਵੇਂ ਭਾਰਤ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਗਿਆ ਹੈ, ਪਰ ਇਸ ਦੇ ਨਾਲ ਹੀ ਇਸ ਗੱਲ ਬਾਰੇ ਵੀ ਚਰਚਾ ਹੋ ਰਹੀ ਹੈ ਕਿ ਟਰੂਡੋ ਵੱਲੋਂ ਇਹ ਜਾਣਕਾਰੀ ਇਸ ਵੇਲੇ ਕਿਉਂ ਜਨਤਕ ਕੀਤੀ ਗਈ। ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਇੱਕ ਮੀਡੀਆ ਅਦਾਰੇ ਨਾਲ ਇਸ ਬਾਰੇ ਖੁਲਾਸਾ ਕੀਤਾ ਹੈ। ਹਰਜੀਤ ਸਿੰਘ ਸੱਜਣ ਇਸ ਵੇਲੇ ਕੈਨੇਡਾ ਵਿੱਚ ਐਮਰਜੈਂਸੀ ਪ੍ਰੀਪੇਅਰਡਨੈਸ ਮੰਤਰੀ ਨੇ। ਉਹ ਕੈਨੇਡਾ ਦੇ ਰੱਖਿਆ ਮੰਤਰੀ ਵੀ ਰਹਿ ਚੁੱਕੇ ਨੇ। ਉਹਨਾਂ ਨੇ CBC ਰੇਡੀਓ ਦੀ ਪੱਤਰਕਾਰ ਸ਼ੀਨਾ ਗੁਡੀਅਰ ਨੂੰ ਦੱਸਿਆ ਕਿ ਟਰੂਡੋ ਨੇ ਕੈਨੇਡਾ ਦੇ ਨਾਗਰਿਕ ਦੇ ਕਤਲ 'ਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋਣ ਬਾਰੇ ਇਲਜ਼ਾਮ ਜਨਤਕ ਇਸ ਲਈ ਕੀਤੇ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗਾ ਸੀ ਕਿ ਇਸ ਬਾਰੇ ਜਾਣਕਾਰੀ ਮੀਡੀਆ 'ਚ ਆਉਣ ਵਾਲੀ ਸੀ। ਆਖਰ ਟਰੂਡੋ ਵੱਲੋਂ ਕੈਨੇਡਾ ਦੀ ਪੁਲਿਸ ਦੀ ਜਾਂਚ ਖਤਮ ਹੋਣ ਤੱਕ ਇੰਤਜ਼ਾਰ ਕਿਉਂ ਨਹੀਂ ਕੀਤਾ ਗਿਆ? ਇਸ ਬਾਰੇ ਸੱਜਣ ਸਿੰਘ ਨੇ ਕਿਹਾ ਪ੍ਰਧਾਨ ਮੰਤਰੀ ਲਈ ਇਹ ਬਿਆਨ ਜਾਰੀ ਕਰਨਾ ਜ਼ਰੂਰੀ ਸੀ ਕਿਉਂਕਿ ਇਸ ਸੰਬੰਧੀ ਕੁਝ ਜਾਣਕਾਰੀ ਮੀਡੀਆ 'ਚ ਆਉਣ ਵਾਲੀ ਸੀ। ਉਹਨਾਂ ਦੱਸਿਆ ਕਿ ਕੈਨੇਡਾ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਨਾਲ-ਨਾਲ ਇਹ ਯਕੀਨੀ ਬਣਾਉਣਾ ਕਿ ਉਹਨਾਂ ਕੋਲ ਸਹੀ ਜਾਣਕਾਰੀ ਹੋਵੇ ਜ਼ਰੂਰੀ ਹੈ। ਇਹ ਵੀ ਪ੍ਰਧਾਨ ਮੰਤਰੀ ਵੱਲੋਂ ਬਿਆਨ ਜਾਰੀ ਕਰਨ ਦੇ ਕਾਰਨਾਂ ਵਿੱਚੋਂ ਇੱਕ ਹੈ।
ਪ੍ਰਧਾਨ ਮੰਤਰੀ ਟਰੂਡੋ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਾਬਤ ਕਰਨ ਲਈ ਸਬੂਤਾਂ ਬਾਰੇ ਉਹਨਾਂ ਨੇ ਕਿਹਾ, ਪਹਿਲੀ ਗੱਲ ਇਹ ਹੈ ਕਿ ਇਸ ਮਾਮਲੇ ਬਾਰੇ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਇਸ ਬਾਰੇ ਕੁਝ ਵੀ ਕਹਿਣਾ ਮੇਰੇ ਲਈ ਠੀਕ ਨਹੀਂ ਹੋਵੇਗਾ। ਇਲਜ਼ਾਮਾਂ ਬਾਰੇ ਭਾਰਤੀ ਸਰਕਾਰ ਦੀ ਪ੍ਰਤੀਕਿਰਿਆ ਬਾਰੇ ਸਵਾਲਾਂ ਦੇ ਜਵਾਬ 'ਚ ਉਹਨਾਂ ਕਿਹਾ, ਸਾਡੀ ਸਰਕਾਰ ਅਤੇ ਏਜੰਸੀਆਂ ਨੇ ਭਾਰਤੀ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਇਹ ਮੁੱਦਾ ਚੁੱਕਿਆ ਹੈ। ਮੈਂ ਇੱਕ ਹੋਰ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ ਕਿ ਇਸ ਬਾਰੇ ਸਬੂਤ ਪੁਲਿਸ ਕੋਲ ਹਨ ਤੇ ਪੁਲਿਸ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਲਵੇਗੀ। ਭਾਰਤ ਵੱਲੋਂ ਜਾਂਚ 'ਚ ਸਹਿਯੋਗ ਬਾਰੇ ਸੱਜਣ ਨੇ ਕਿਹਾ, ਮੈਂ ਤੁਹਾਨੂੰ ਇਹ ਭਰੋਸਾ ਦਿੰਦਾ ਹਾਂ ਕਿ ਪ੍ਰਧਾਨ ਮੰਤਰੀ ਵੱਲੋਂ ਇਸ ਗੱਲ ਨੂੰ ਜਨਤਕ ਕਰਨ ਦਾ ਫੈਸਲਾ ਸੰਬੰਧਿਤ ਏਜੰਸੀਆਂ ਨਾਲ ਮਸ਼ਵਰੇ ਤੋਂ ਬਾਅਦ ਹੀ ਲਿਆ ਗਿਆ ਸੀ। ਅਸੀਂ ਇਸ ਬਾਰੇ ਜਾਣਕਾਰੀ ਜਨਤਕ ਨਾ ਕਰਨ ਨੂੰ ਹੀ ਤਰਜੀਹ ਦਿੰਦੇ, ਪਰ ਕਿਉਂਕਿ ਇਸ ਬਾਰੇ ਖਬਰਾਂ ਬਾਹਰ ਆਉਣ ਵਾਲੀਆਂ ਸਨ, ਇਸ ਲਈ ਪ੍ਰਧਾਨ ਮੰਤਰੀ ਲਈ ਜਿੰਨੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਉਸ ਨਾਲ ਇਸ ਨੂੰ ਸਪਸ਼ਟ ਕਰਨਾ ਜ਼ਰੂਰੀ ਸੀ। ਕੈਨੇਡਾ ਸਰਕਾਰ ਦੇ ਇੱਕ ਸੀਨੀਅਰ ਸੂਤਰ ਨੇ ਮੰਗਲਵਾਰ ਨੂੰ ਕਿਹਾ ਕਿ ਹਰਦੀਪ ਸਿੰਘ ਨਿੱਜਰ ਹੱਤਿਆਕਾਂਡ ਨਾਲ ਜੁੜੀ ਖੁਫੀਆ ਜਾਣਕਾਰੀ ਤੇ ਕੈਨੇਡਾ ਦੇ ਸੰਯੁਕਤ ਰਾਜ ਅਮਰੀਕਾ ਦੇ ਨਾਲ ਬਹੁਤ ਨੇੜਿਓਂ ਕੰਮ ਕੀਤਾ ਹੈ। ਸਰਕਾਰੀ ਸੂਤਰ ਮੁਤਾਬਕ ਪ੍ਰਧਾਨ ਮੰਤਰੀ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਜਨਤਕ ਖੁਲਾਸੇ ਸਮੇਤ ਕੈਨੇਡਾ US ਨਾਲ ਬਹੁਤ ਨੇੜਿਓਂ ਕੰਮ ਕਰ ਰਿਹਾ ਹੈ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਉਕਤ ਸੂਤਰ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਸਰਕਾਰ ਦੇ ਕੋਲ ਜਿਹੜੇ ਸਬੂਤ ਹਨ ਉਹ ਸਮੇਂ ਸਿਰ ਸਾਂਝੇ ਕੀਤੇ ਜਾਣਗੇ। ਉਧਰ ਮੰਗਲਵਾਰ ਨੂੰ ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਕੈਨੇਡਾ ਦੀ ਜਾਂਚ ਦਾ ਸਮਰਥਨ ਕਰਦੇ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਇਸ ਬਾਰੇ ਆਪਣੇ ਕੈਨੇਡੀਅਨ ਸਹਿਯੋਗੀਆਂ ਦੇ ਨਾਲ ਨਜ਼ਦੀਕੀ ਸੰਪਰਕ 'ਚ ਰਹੇ ਹਾਂ। ਅਸੀਂ ਦੋਸ਼ਾਂ ਨੂੰ ਲੈ ਕੇ ਕਾਫੀ ਚਿੰਤਤ ਹਾਂ। ਸਾਨੂੰ ਲੱਗਦਾ ਹੈ ਕਿ ਪੂਰੀ ਅਤੇ ਖੁੱਲ੍ਹੀ ਜਾਂਚ ਹੋਣੀ ਮਹੱਤਵਪੂਰਨ ਹੈ ਤੇ ਅਸੀਂ ਭਾਰਤ ਸਰਕਾਰ ਨੂੰ ਇਸ ਜਾਂਚ 'ਚ ਸਹਿਯੋਗ ਕਰਨ ਦੀ ਅਪੀਲ ਕਰਾਂਗੇ। ਦੱਸ ਦਈਏ ਕਿ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ 'ਚ ਕੈਨੇਡਾ ਦੀ ਮਦਦ ਕਰਨ ਦੀ ਅਪੀਲ ਕੀਤੀ। ਹਾਲਾਂਕਿ ਟਰੂਡੋ ਦੇ ਬਿਆਨ ਮਗਰੋਂ ਵਧੇ ਵਿਵਾਦ ਨੇ ਦੋਹਾਂ ਦੇਸ਼ਾਂ ਦੇ ਕੂਟਨੀਤਿਕ ਸਬੰਧਾਂ ਨੂੰ ਇੱਕ ਨਵਾਂ ਝਟਕਾ ਦਿੱਤਾ ਹੈ ਜੋ ਸਾਲਾਂ ਤੋਂ ਵਿਗੜ ਰਹੇ ਨੇ। ਨਵੀਂ ਦਿੱਲੀ ਕੈਨੇਡਾ 'ਚ ਸਿੱਖ ਵੱਖਵਾਦੀ ਗਤੀਵਿਧੀਆਂ ਤੋਂ ਨਾਖੁਸ਼ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ 'ਚ ਭਾਰਤ ਤੇ ਲਾਏ ਗਏ ਦੋਸ਼ਾਂ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਵਿਵਾਦ ਵਧਦਾ ਜਾ ਰਿਹਾ ਹੈ। ਇਸ ਦੌਰਾਨ UK, ਆਸਟ੍ਰੇਲੀਆ ਤੇ ਅਮਰੀਕਾ ਵੱਲੋਂ ਇਸ ਮਾਮਲੇ ਤੇ ਕੋਈ ਠੋਸ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਪਰ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਹੈ ਕਿ ਭਾਰਤ ਤੇ ਕੈਨੇਡਾ ਵਿਚਾਲੇ ਕੂਟਨੀਤਿਕ ਤਣਾਅ 'ਚ ਤਿੱਖੇ ਵਾਧੇ ਤੋਂ ਬਾਅਦ ਬਹੁਤ ਸਾਰੇ ਚਿੰਤਿਤ, ਗੁੱਸੇ ਨਾਲ ਭਰੇ ਤੇ ਡਰੇ ਹੋਏ ਸਿੱਖਾਂ ਨੇ ਉਹਨਾਂ ਨਾਲ ਸੰਪਰਕ ਕੀਤਾ ਹੈ। ਸਿੱਖ ਸੰਸਦ ਮੈਂਬਰ ਨੇ ਟਵਿੱਟਰ ਤੇ ਆਪਣੇ ਅਧਿਕਾਰਤ ਹੈਂਡਲ ਤੇ ਕਿਹਾ ਕਿ ਕੈਨੇਡਾ ਤੋਂ ਆ ਰਹੀਆਂ ਰਿਪੋਰਟਾਂ ਚਿੰਤਾਜਨਕ ਸਨ। ਕੈਨੇਡੀਅਨ ਪ੍ਰਧਾਨ ਮੰਤਰੀ ਇਸ ਮਾਮਲੇ 'ਚ ਆਪਣੇ ਨੇੜਲੇ ਸਹਿਯੋਗੀਆਂ ਨਾਲ ਕੰਮ ਕਰ ਰਹੇ ਨੇ। ਟਰੂਡੋ ਨਿਆਂ ਯਕੀਨੀ ਬਣਾਉਣ ਲਈ UK ਸਰਕਾਰ ਦੇ ਸੰਪਰਕ 'ਚ ਵੀ ਨੇ। ਪਿਛਲੇ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ 'ਚ 4% ਵਾਧਾ ਦਰਜ ਕੀਤਾ ਗਿਆ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਲਈ ਇਹ ਮਾੜੀ ਖਬਰ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਮਹਿੰਗਾਈ ਸੰਬੰਧੀ ਰੀਡਿੰਗ 'ਚ ਦਰਸਾਇਆ ਗਿਆ ਕਿ ਜੁਲਾਈ 'ਚ ਸਾਲਾਨਾ ਮਹਿੰਗਾਈ ਦਰ ਵਿੱਚ 3.3% ਦਾ ਵਾਧਾ ਹੋਇਆ ਤੇ ਇਸ ਨਾਲ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਮਹਿੰਗਾਈ ਦਰ ਵਧੀ ਹੈ। ਗੈਸੋਲੀਨ ਦੀਆਂ ਕੀਮਤਾਂ 'ਚ ਹੋਏ ਵਾਧੇ ਕਾਰਨ ਮਾਹਿਰਾਂ ਵੱਲੋਂ ਪਿਛਲੇ ਮਹੀਨੇ ਮਹਿੰਗਾਈ 'ਚ ਹੋਰ ਵਾਧਾ ਹੋਣ ਦੀ ਪੇਸ਼ਨਗੋਈ ਕੀਤੀ ਗਈ ਸੀ, ਪਰ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਕਈਆਂ ਦੀ ਆਸ ਨਾਲੋਂ ਬਦਤਰ ਸੀ। ਇਕੱਲੇ ਅਗਸਤ 'ਚ ਹੀ ਗੈਸ ਦੀਆਂ ਕੀਮਤਾਂ 4.6% ਵਧੀਆਂ ਤੇ ਪਿਛਲੇ ਸਾਲ ਦੀ ਤੁਲਨਾ 'ਚ 0.8% ਵਧੇਰੇ ਦਰਜ ਹੋਈਆਂ। ਗੈਸ ਦੀਆਂ ਕੀਮਤਾਂ ਦਾ ਸਮੁੱਚੀ ਮਹਿੰਗਾਈ ਦਰ ਤੇ ਕਾਫੀ ਪ੍ਰਭਾਵ ਹੁੰਦਾ ਹੈ ਕਿਉਂਕਿ ਗੈਸ ਦੀ ਵਧੀ ਕੀਮਤ ਉਤਪਾਦਨ ਤੋਂ ਲੈ ਕੇ ਆਵਾਜਾਈ ਤੱਕ ਹਰੇਕ ਚੀਜ਼ ਦੀ ਲਾਗਤ ਨੂੰ ਪ੍ਰਭਾਵਿਤ ਕਰਦੀ ਹੈ। ਅਗਸਤ ਦੌਰਾਨ ਰਿਹਾਇਸ਼ ਦੀ ਲਾਗਤ 'ਚ 6% ਵਾਧਾ ਦਰਜ ਹੋਇਆ। ਜਨਵਰੀ 'ਚ ਇਹ ਦਰ 5.1% ਸੀ। ਰਿਹਾਇਸ਼ 'ਚ ਸਭ ਤੋਂ ਵੱਡਾ ਇਕਹਿਰਾ ਕਾਰਕ ਕਿਰਾਏ ਦਾ ਵਾਧਾ ਰਿਹਾ। ਅਗਸਤ ਦੌਰਾਨ ਕੈਨੇਡਾ ਭਰ 'ਚ ਔਸਤ ਕਿਰਾਏ 'ਚ 6.5% ਵਾਧਾ ਦਰਜ ਕੀਤਾ ਗਿਆ। ਮਾਰਗੇਜ ਵਿਆਜ ਦੀ ਲਾਗਤ ਵਿੱਚ ਵੀ ਅਗਸਤ ਦੌਰਾਨ 2.7% ਦਾ ਵਾਧਾ ਹੋਇਆ ਤੇ ਹੁਣ ਮਾਰਗੇਜ ਲਾਗਤ 'ਚ ਇਸ ਸਾਲ ਦਾ ਵਾਧਾ ਕਰੀਬ 30.9% ਤੇ ਪਹੁੰਚ ਗਿਆ ਹੈ। ਭੋਜਨ ਦੀਆਂ ਕੀਮਤਾਂ 'ਚ ਵਾਧੇ ਦੀ ਦਰ ਭਾਵੇਂ ਸਮੁੱਚੀ ਮਹਿੰਗਾਈ ਤੋਂ ਕਿਤੇ ਵੱਧ 6.9% ਦਰਜ ਹੋਈ, ਪਰ ਹਾਲੀਆ ਮਹੀਨਿਆਂ ਦੀ 11% ਦਰ ਤੋਂ ਘੱਟ ਰਹੀ। ਜਨਵਰੀ 2022 ਤੋਂ ਬਾਅਦ ਭੋਜਨ ਕੀਮਤਾਂ 'ਚ ਇਹ ਸਭ ਤੋਂ ਧੀਮੀ ਸਾਲਾਨਾ ਵਿਕਾਸ ਦਰ ਹੈ।
जुलाई के मुकाबले अगस्त च भोजन दीयां कीमतां च दरअसल 0.4% गिरावट आई है। माहिरां दा यह भी आखना है कि इस नाल बैंक ऑफ कैनेडा उत्ते होर भार पै गया है। बैंक नूं ब्याज दरां बारे फैसला लेना औखा होवेगा ते इसलिए बैंक नूं नुकताचीनी का सामना भी करना पै सकता है। बैंक वालों 25 अक्तूबर नूं ब्याज दरां बारे फैसला लिया जाएगा तो यह काफ़ी औखा फैसला होवेगा। पिछले महीने कैनेडा की महंगाई दर 4% तक वधण तो बाद डिप्टी प्रधानमंत्री ते वित्त मंत्री क्रिस्टिया फ्रीलैंड का कहना है कि इस औखी घड़ी च कैनेडियंस की मदद करने लई फैडरल सरकार तो जो कुछ बन पा रहा है वो कर रही है। इस नाल एक बारी फिर मंगलवार को हाउस ऑफ कॉमन्स च इस मुद्दे उत्ते बहस गरमा गई। इस दौरान विरोधी धिरां वल्लों अगस्त की महंगाई दर लई लिबरलों उत्ते मुड़ उंगलां उठाईआं गईआं। कंजरवेटिव आगू पियर पोलिएवर ने महंगाई दर च होए वाधे लई सरासर लिबरल सरकार नूं दोषी ठहराया। इस दे नाल NDP आगू जगमीत सिंह ने ग्रोसरी दीयां दरां च हो रहे वाधे नूं रोकण लई लिबरलां दी योजना नूं ठुस ते बेकार दस्सिया। पोलिएवर ने मंगलवार नूं आख्या कि ना सिर्फ महंगाई च वाधा हो रहा सगों ये रोज़ाना होर तेज़ी नाल अगे वध रही है। हुण मामला ट्रूडो सरकार दे हत्थ तो बाहर निकल चुक्या ते सरकार नूं महंगाई दर नूं काबू करना औखा होया पिया है। उन्हें आख्या कि कोई एक चीज़ महंगी नहीं हुई है, फूड ते गैस तो लैके निक्की तो वड्डी हर चीज़ महंगी हो चुकी है ते आम आदमी की पहुँच तो बाहर है। उन्हें आख्या कि शर्म वाली गल यह है कि वित्त मंत्री फ्रीलैंड नूं थोड़ी जी महंगाई घटण उत्ते ही ये नहीं सी आखना चाहिए कि उन्होंने शाबाश दी जाए। अगस्त च महंगाई लगातार दूजे महीने वधी है। बहस दौरान महंगाई के नाल नाल कॉस्ट ऑफ लिविंग का मुद्दा भी छाया रहा। इस दौरान ट्रूडो ने सारा समा कैनेडियंस की मदद करन ते उन्हां लई हर उपराला करन दा दावा कीता ते आख्या कि विरोधी तरह सरकार वालों कीतियां जा रही कोशिशों नूं ऊणा करके विखा रही ने। सूत्रां तो जानकारी मिली है कि यूक्रेन के राष्ट्रपति व्लादिमीर ज़ेलेंस्की संयुक्त राष्ट्र ते अमरीका के दौरे तो बाद इस हफ्ते के अंत च कैनेडा का दौरा करनगे। मंगलवार को ज़ेलेंस्की संयुक्त राष्ट्र की जनरल असैंबली को संबोधन करनगे जिथे वो रूसी हमले खिलाफ अपने देश लिए होर समर्थन की मांग करनगे। अमरीकी राष्ट्रपति जो बाइडन वीरवार को व्हाइट हाउस विखे ज़ेलेंस्की की मेज़बानी करनगे। सूत्रां का यह भी कहना है कि ज़ेलेंस्की शुक्रवार को ओटावा च कैनेडियन पार्लीमेंट को संबोधन करनगे ते फिर टोरंटो जाणगे। द ग्लोब एंड मेल ने सब तो पहला ज़ेलेंस्की की कैनेडा फेरी की खबर छापी सी, पर अधिकारत तौर पर अजे उन्होंने कैनेडा फेरी ऐलानी नहीं गई है। फरवरी 2022 च यूक्रेन ते रूस के हमले तो बाद यह ज़ेलेंस्की की पहली कैनेडा फेरी होगी। मंगलवार को कैनेडा और यूक्रेन दोवां के अधिकारियों ने इस बारे टिप्पणी करने तो इनकार कर दिता, पर पार्लीमेंट हिल विखे पिछले कुछ दिनों तो सुरक्षा इंतजाम किए जा रहे हैं। रूसी हमले के शुरुआती दिनों में ज़ेलेंस्की ने वर्चुअल माध्यम राही कैनेडियन पार्लीमेंट को संबोधन किया सी। ज़ेलेंस्की वालों कैनेडा तो होर फौजी सहायता मंगे जाने की संभावना है। यूनिफोर ते फोर्ड एक अस्थाई इकरारनामे के सौदे ते पहुँच गए हैं, जिसने लगभग 5600 कैनेडियन कामियां की हड़ताल टाल दी है ते जनरल मोटर्स ते स्टैलेंटिस द्वारा नियुक्त हज़ारां होर ऑटो वर्करां लई एक समझौते लिए रोड मैप प्रदान किया है। यूनिफोर के कौमी प्रधान लाना पेने ने कहा कि यह सौदा मैंबरशिप दीयां चिंतावां नूं दूर करता है। उन्होंने एक प्रैस रिलीज़ च कहा कि साडा मनना है कि यह समझौता उन्हां नीहां नूं मजबूत करेगा जिस ते असीं कैनेडा च ऑटो वर्करां दीयां पीढ़ियां लई लाभां दा सौदा कमाउणा जारी रखांगे। ना तां यूनीयन ते ना ही फोर्ड ने इस बारे स्पष्टीकरण दिता कि अस्थाई सौदे च की शामिल है, क्योंकि मैंबरां ने अजे इस उत्ते वोट पाउणी है। हालांकि यूनिफोर मास्टर बारगेनिंग चेयर जॉन डी एग्नेलो ने कहा है कि यह सौदा उस तरह लाभ प्रदान करता है जिसकी साडे मैंबरां नूं अज लोड़ है ਅਤੇ ਭਵਿੱਖ ਲਈ ਹੋਰ ਵਿੱਤੀ ਸੁਰੱਖਿਆ ਪ੍ਰਦਾਨ ਕਰਦਾ ਹੈ। ਫੋਰਡ ਮੋਟਰ ਕੰਪਨੀ ਦਾ ਸਭ ਤੋਂ ਵੱਡਾ ਕੈਨੇਡੀਅਨ ਪਲਾਂਟ ਓਨਟਾਰੀਓ ਦੇ ਓਕਵਿਲ 'ਚ ਹੈ, ਜਿੱਥੇ ਫੋਰਡ ਐਜ ਅਤੇ ਲਿੰਕਨ ਨਟੀਲਸ ਬਣਾਏ ਜਾਂਦੇ ਨੇ। ਦੱਖਣ ਪੱਛਮੀ ਓਨਟਾਰੀਓ ਦੇ ਵਿੰਡਸਰ ਐਸੈਕਸ ਖੇਤਰ 'ਚ 2 ਇੰਜਣ ਪਲਾਂਟਾਂ ਤੋਂ ਇਲਾਵਾ ਪੂਰੇ ਓਨਟਾਰੀਓ 'ਚ ਇਸ ਦੇ ਕੁਝ ਕੇਂਦਰ ਨੇ। ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ यूनीफोर वालों हड़ताल की गल आखी जा रही सी। इन्हां मंगां 'च उच्च तनखाहां दे नाल-नाल पेंशनां ते नौकरियां की सुरक्षा ते इलैक्ट्रिक वाहनां 'च
ਤਬਦੀਲੀ ਹਨ। ਮੰਗਲਵਾਰ ਨੂੰ ਕੁਈਨ ਐਲਿਜ਼ਾਬੇਥ ਵੇ ਉੱਤੇ ਇੱਕ ਟਰਾਂਸਪੋਰਟ ਟਰੱਕ 'ਚ ਅੱਗ ਲੱਗ ਜਾਣ ਕਾਰਨ ਜਿੱਥੇ ਫਿਊਲ ਲੀਕ ਹੋ ਗਿਆ ਉੱਥੇ ਹੀ ਇਸ ਰਾਹ ਉੱਤੇ ਭਾਰੀ ਜਾਮ ਲੱਗ ਗਿਆ ਤੇ ਡਰਾਈਵਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਬਰਲਿੰਗਟਨ ਸਕਾਈਵੇ ਨੇੜੇ ਵਾਪਰੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਨੁਸਾਰ ਸਵੇਰੇ 10 ਵਜੇ ਤੋਂ ਠੀਕ ਬਾਅਦ ਈਸਟਪੋਰਟ ਡਰਾਈਵ ਉੱਤੇ ਕੰਕਰੀਟ ਦੀ ਕੰਧ ਨਾਲ ਟਕਰਾ ਜਾਣ ਕਾਰਨ ਟਰੈਕਟਰ ਟ੍ਰੇਲਰ 'ਚ ਅੱਗ ਲੱਗ ਗਈ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਲੀਕ ਹੋ ਰਿਹਾ ਫਿਊਲ ਕਾਰਨ ਟਰੱਕ ਦੀ ਇਨਸੂਲੇਸ਼ਨ ਨੂੰ ਵੀ ਨੁਕਸਾਨ ਪਹੁੰਚਿਆ ਤੇ ਇਲਾਕੇ ਨੂੰ ਸਾਫ਼ ਕਰਨ 'ਚ ਹੋਰ ਦਿੱਕਤਾਂ ਆਈਆਂ। OPP ਸਾਰਜੈਂਟ ਕੈਰੀ ਸ਼ਮਿਡਟ ਨੇ ਦੱਸਿਆ ਕਿ ਟ੍ਰੇਲਰ ਵਿੱਚੋਂ ਇੱਕ ਟੁਕੜਾ ਕਰਕੇ ਇਨਸੂਲੇਸ਼ਨ ਨੂੰ ਕੱਢਿਆ ਗਿਆ। ਪਾਣੀ ਦਾ ਛਿੜਕਾਅ ਕਰਕੇ ਇਹ ਵੀ ਯਕੀਨੀ ਬਣਾਇਆ ਗਿਆ ਕਿ ਅੱਗ ਮੁੜ ਕੇ ਨਾ ਭੜਕੇ। ਟ੍ਰੈਫਿਕ ਨੂੰ ਵੀ ਹੋਰ ਪਾਸੇ ਦੀ ਕੱਢਿਆ ਗਿਆ। ਉੱਤਰੀ ਪੂਰਬੀ ਕੈਲਗਰੀ ਦੇ ਇੱਕ ਵਪਾਰਕ ਖੇਤਰ 'ਚ ਮੰਗਲਵਾਰ ਨੂੰ ਇੱਕ ਕੰਮ ਵਾਲੀ ਥਾਂ ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇੱਕ ਕਾਮੇ ਦੀ ਮੌਤ ਹੋ ਗਈ। ਅਲਬਰਟਾ ਹੈਲਥ ਸਰਵਿਸਿਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਹੋਪਵੈਲ ਪਲੇਸ ਅਤੇ 27th ਐਵਨਿਊ ਨਾਰਥ ਈਸਟ ਖੇਤਰ 'ਚ ਦੁਪਹਿਰ ਕਰੀਬ 1:30 ਵਜੇ ਵਾਪਰਿਆ। ਕੈਲਗਰੀ ਫਾਇਰ ਡਿਪਾਰਟਮੈਂਟ ਦੇ ਪਬਲਿਕ ਇਨਫੋਰਮੇਸ਼ਨ ਅਫਸਰ ਕੈਰੋਲ ਹੈਨਕੇ ਨੇ ਦੱਸਿਆ ਕਿ ਇਸ ਘਟਨਾ 'ਚ ਇੱਕ ਆਊਟਡੋਰ ਕਾਰੋਬਾਰੀ ਪਾਰਕ ਖੇਤਰ 'ਚ ਸੰਗਮਰਮਰ ਦੀਆਂ ਵੱਡੀਆਂ ਸਲੈਬਾਂ ਦੀ ਆਵਾਜਾਈ ਸ਼ਾਮਲ ਸੀ। ਹੈਨਕੇ ਨੇ ਇਸ ਹਾਦਸੇ ਨੂੰ ਦੁਖਦਾਈ ਦੱਸਦਿਆਂ ਕਿਹਾ ਕਿ ਕਦੇ-ਕਦੇ ਹਰ ਕਿਸੇ ਦੇ ਵਧੀਆ ਯਤਨਾਂ ਦੇ ਬਾਵਜੂਦ ਨਤੀਜਾ ਉਹ ਨਹੀਂ ਹੁੰਦਾ ਜਿਹੋ ਜਿਹੀ ਅਸੀਂ ਉਮੀਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਪੈਰਾਮੈਡਿਕਸ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਪਰ ਪੀੜਿਤ ਵਿਅਕਤੀ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਕੈਰੋਲ ਵੱਲੋਂ ਪੀੜਤ ਦੀ ਪਹਿਚਾਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ, ਨਾ ਹੀ ਉਹਨਾਂ ਵੱਲੋਂ ਇਸ ਘਟਨਾ ਨਾਲ ਜੁੜੀ ਕੰਪਨੀ ਦੇ ਨਾਮ ਬਾਰੇ ਕੋਈ ਖੁਲਾਸਾ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਇੱਕ ਸਰਗਰਮ ਜਾਂਚ ਹੈ, ਇਸ ਲਈ ਕੋਈ ਹੋਰ ਵਾਧੂ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਜਾਵੇਗੀ। ਇਸ ਪੂਰੇ ਹਾਦਸੇ ਨੂੰ ਲੈ ਕੇ ਫਿਲਹਾਲ ਆਕੂਪੈਂਸ਼ਨਲ ਹੈਲਥ ਐਂਡ ਸੇਫਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਟਰੂਡੋ ਨੇ ਕਿਹਾ ਅਸੀਂ ਸਿਰਫ ਤੱਥਾਂ ਨੂੰ ਉਵੇਂ ਪੇਸ਼ ਕਰ ਰਹੇ ਹਾਂ ਜਿਵੇਂ ਕਿ ਅਸੀਂ ਉਹਨਾਂ ਨੂੰ ਸਮਝਦੇ ਹਾਂ। ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ। ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਕੀਤਾ ਖੁਲਾਸਾ। ਸੱਜਣ ਨੇ ਦੱਸਿਆ ਕਿ ਟਰੂਡੋ ਨੇ ਕੈਨੇਡਾ ਦੇ ਨਾਗਰਿਕ ਦੇ ਕਤਲ 'ਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋਣ ਬਾਰੇ ਇਲਜ਼ਾਮ ਜਨਤਕ ਇਸ ਲਈ ਕੀਤੇ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗਾ ਸੀ ਕਿ ਇਸ ਬਾਰੇ ਜਾਣਕਾਰੀ ਮੀਡੀਆ 'ਚ ਆਉਣ ਵਾਲੀ ਸੀ। ਕੈਨੇਡਾ ਦੀ ਮਹਿੰਗਾਈ ਦਰ 'ਚ 4% ਦੀ ਵਾਧਾ। ਹਾਊਸ ਆਫ ਕਾਮਨਸ 'ਚ ਇਸ ਮੁੱਦੇ ਤੇ ਹੋਈ ਬਹਿਸ। ਜਗਮੀਤ ਸਿੰਘ ਨੇ ਗਰੋਸਰੀ ਦੀਆਂ ਦਰਾਂ 'ਚ ਵਾਧੇ ਨੂੰ ਰੋਕਣ ਲਈ ਲਿਬਰਲਾਂ ਦੀ ਯੋਜਨਾ ਨੂੰ ਦੱਸਿਆ ਠੁੱਸ ਤੇ ਬੇਕਾਰ। ਲਗਭਗ 5600 ਕੈਨੇਡੀਅਨ ਕਾਮਿਆਂ ਦੀ ਹੜਤਾਲ ਟਲੀ। ਜਨਰਲ ਮੋਟਰਸ ਤੇ ਸਟੈਲੈਂਟਿਸ ਦੁਆਰਾ ਨਿਯੁਕਤ ਹਜ਼ਾਰਾਂ ਹੋਰ ਆਟੋ ਵਰਕਰਾਂ ਲਈ ਇੱਕ ਸਮਝੌਤੇ ਲਈ ਰੋਡ ਮੈਪ ਪ੍ਰਦਾਨ ਕੀਤਾ ਗਿਆ। ਯੂਨੀਫੋਰ ਦੇ ਕੌਮੀ ਪ੍ਰਧਾਨ ਲਾਨਾ ਪੇਨੇ ਨੇ ਕਿਹਾ ਕਿ ਇਹ ਸੌਦਾ ਮੈਂਬਰਸ਼ਿਪ ਦੀਆਂ ਚਿੰਤਾਵਾਂ ਨੂੰ ਦੂਰ ਕਰਦਾ ਹੈ।